मैं कहना ये चाहना भी अजे तक साडे घरां च ਇਹ माहौल नहीं बनया भी जिन्नी खुल नाल बंदा अपनी जिस गल दी उहनूं स्ट्रैस आ ਉਹ कह के दूजे नाल करके सुरखरू हो जांदा आ। ਹਾਂਜੀ ਹਾਂਜੀ उन्ने आराम नाल औरत नहीं कर सकदी। ਜਾਂ ਈਵਨ ਦੈਨ ਵੀ ਇਹਨਾਂ ਦੀ ਕ੍ਰਾਈਸਿਸ ਹੈਂਡਲਿੰਗ ਜਿਹੜੀ ਟੈਕਨੀਕ ਹੈ ਉਹ ਬੰਦੇ ਨਾਲੋਂ ਜ਼ਿਆਦਾ ਹੈ। ਬੰਦਾ ਤਾਂ ਥੋੜੀ ਜਿਹੀ ਸਟ੍ਰੈਸ ਵੱਧ ਡੌਲੀ ਬਣ ਜਾਂਦਾ ਜੀ। ਪਰ ਪੰਗਾ ਉੱਥੇ ਪੈਂਦਾ ਨਾ, ਹੁਣ ਜਦੋਂ ਹਰ ਤਰ੍ਹਾਂ ਦੀ ਸਟ੍ਰੈਸ ਨੂੰ ਉਹ ਦਬਾ ਕੇ ਲੋਕਾਂ ਦੇ ਵਿੱਚ ਚੰਗਾ ਬਣਨ ਲਈ, ਆਪਣੇ ਘਰ ਨੂੰ ਸੰਭਾਲ ਕੇ ਰੱਖਣ ਲਈ, ਹਾਂਜੀ ਹਾਂਜੀ ਇਹ ਕਹੀ ਜਾਂਦੀ ਔਰਤ ਕਿੰਨੀ ਖੁੱਲ੍ਹ ਨਾ ਕਹਿ ਸਕਦੀ ਵੀ ਮੈਨੂੰ ਫਲਾਨਾ ਬੰਦਾ ਚੰਗਾ ਲੱਗਦਾ, ਮੈਂ ਉਹਦੇ ਨਾਲ ਸੋਣਾ ਜਾ ਕੇ। ਯੈਸ Yeah, that is a different नहीं, पर वो डिफरेंट पता प्रॉब्लम पता की बनती आ, उस चीज दी स्ट्रेस तां बनदी आ उहनूं ना भी बंदा 8-8 दिन बाहर रह आउंदा। ਹਾਂਜੀ ਹਾਂਜੀ आराम नाल जाके बाजार दे विच नचदियां कुड़ियां नूं सारा कुछ देख लैंदा। या भी हुण ओहनूं पता आ भी मेरे 2 नियाणे आ, मेरी कुड़ी विआहणे वाली हो गई आ, ये समाज दे पक्षों ओहदे ते दबाव आ। ਹਾਂਜੀ ਹਾਂਜੀ ਉਹ ਜਿਹੜਾ ਦਬਾਅ ਆ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਰੂਪ ਧਾਰਦਾ। ਉਹ ਅੰਦਰ ਉਹਦੇ ਫੀਲਿੰਗ ਹੈਗੀ ਆ, ਪਰ ਕਿਉਂਕਿ ਉਹ ਤੇ ਦਬਾਅ ਆ ਵੀ ਤੂੰ ਤਾਂ ਘਰ ਸੰਭਾਲਣੇ ਵਾਲੀ ਆ। ਹਾਂਜੀ ਉਹਨੂੰ ਫੀਡ ਏਦਾਂ ਕੀਤਾ ਜਾਂਦਾ ਨਾ, ਔਰਤ ਦੇ ਕਰਕੇ ਤਾਂ ਘਰ ਬਚਿਆ, ਬੰਦੇ ਤਾਂ ਹੁੰਦੇ ਇਦਾਂ ਦੇ ਆ ਵੀ ਜੇ ਤੂੰ ਇਦਾਂ ਕਰ ਲੈ ਵੀ ਤੇਰੀ ਕੁੜੀ ਵਿਆਹਣੇ ਵਾਲੀ ਆ। ਹੁਣ ਜਿਹੜਾ ਉਹਨੂੰ ਸਟ੍ਰੈਸ ਹੋ ਰਹੀ ਆ ਉਹ ਕਿਹਦੇ ਨਾਲ ਸਾਂਝੀ ਕਰ ਸਕੇ? ਯੈਸ ਉਹ ਹੈ, ਉਹਨੂੰ ਵੈਂਟ ਆਊਟ ਨਹੀਂ ਹੈ, ਉਹਦੇ ਵੈਂਟ ਆਊਟ ਚੈਨਲ ਨਹੀਂ ਹੈਗੇ। ਹੁਣ ਜੇ ਅਸੀਂ ਕਹਿੰਦੇ ਆ ਵੀ ਔਰਤ ਦੇ ਵਿੱਚ ਆਪਣੀ ਸਟ੍ਰੈਸ ਨੂੰ ਹੈਂਡਲ ਕਰਨ ਦੀ ਸਮਰੱਥਾ ਜ਼ਿਆਦਾ ਆ, ਹਾਂਜੀ, ਜਿੰਨਾ ਚਿਰ ਅਸੀਂ ਆਪਣਾ ਸਮਾਜ ਇੱਕੋ ਜਿਹਾ ਨਹੀਂ ਨਾ ਕਰ ਲੈਂਦੇ ਬਰਾਬਰ ਦਾ, ਉਨਾ ਚਿਰ ਜਿੰਨੀ ਸ਼ਰਮ ਤੀਵੀਂ ਨੂੰ ਆ ਇਸ ਗੱਲ ਦੀ ਵੀ ਟੱਬਰ ਸੰਭਾਲਣਾ ਆ, ਜਾਂ ਤਾਂ ਬੰਦੇ ਨੂੰ ਵੀ ਉਨੀ ਹੋਵੇ। ਠੀਕ ਹੈ, ਉਹ ਫੇਰ ਪਤਾ ਲੱਗੇ ਵੀ ਕਿੰਨੀ ਛੇਤੀ ਡਿਪਰੈਸ਼ਨ ਵਿੱਚ ਹੋ ਜਾਂਦਾ ਆ। ਡੈਟਮ ਸੇਮ ਹੋਵੇਗਾ। ਹੁਣ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਆ, ਹਾਂਜੀ, ਪਹਿਲੀ ਗੱਲ ਤਾਂ ਕੁਦਰਤੀ ਤੌਰ ਤੇ ਉਹਨੂੰ ਜਦੋਂ ਪੀਰੀਅਡ ਦਾ ਟਾਈਮ ਹੁੰਦਾ ਉਹਦਾ ਮੂਡ ਕਿੱਦਾਂ ਸਵਿੰਗ ਹੁੰਦਾ, ਕਿੱਦਾਂ ਨਿਰਾਸ਼ਾ ਦੇ ਵਿੱਚ ਹੁੰਦੀ ਆ ਉਹ। ਫਿਰ ਸਾਡੇ ਸਮਾਜ ਦੇ ਵਿੱਚ ਮੈਨੂੰ ਜਿਹੜੀਆਂ ਜਾਣੀ 20 ਸਾਲ ਤੋਂ ਮੈਂ ਸੋਚ ਸਕਦਾ ਆ ਵੀ ਥੋੜਾ ਜਿਹਾ ਸਾਡੇ ਸਮਾਜ ਵਿੱਚ ਹੋ ਗਿਆ ਵੀ ਕੁੜੀਆਂ ਤਾਂ ਮੁੰਡੇ ਬਰਾਬਰ ਆ, ਮੰਨ ਲਓ 20 ਸਾਲ ਤੋਂ। ਉਹ ਵੀ ਏਦਾਂ ਗਰੰਟੀ ਨਾਲ ਨਹੀਂ ਅਸੀਂ ਕਹਿ ਸਕਦੇ। ਜਦੋਂ ਤੋਂ ਮੈਂ ਕਹਿੰਦਾ ਸਟੂਡੈਂਟ ਕੁੜੀਆਂ ਆਉਣ ਲੱਗੀਆਂ ਬਾਹਰ, ਉਦੋਂ ਕਦੋਂ ਹੋ ਸਕਦਾ, ਜਾਨੀ 20 ਤੋਂ ਵੀ ਘੱਟ ਹੋਣਗੇ। ਜਿੰਨੇ ਵੀ ਸਾਲ ਤੁਸੀਂ ਮੰਨਣੇ ਆ ਨਾ ਵੀ ਇੰਨੇ ਸਾਲ ਤੋਂ ਇਹ ਪੇਰੈਂਟਸ, ਸਾਡੇ ਪੰਜਾਬੀ ਪੇਰੈਂਟਸ ਮੰਨਣ ਲੱਗ ਪਏ ਵੀ ਕੁੜੀਆਂ ਮੁੰਡੇ ਬਰਾਬਰ ਆ। ਹਾਂਜੀ, ਜੇ 20 ਸਾਲ ਤੋਂ ਮੰਨਣਾ ਹੈ ਤਾਂ ਜਿਹੜੀਆਂ 21 ਸਾਲ ਦੀਆਂ ਕੁੜੀਆਂ ਆ ਨਾ, ਉਹਨੇ ਇਹ ਦੁੱਖ ਝੱਲਿਆ ਹੋਊਗਾ ਵੀ 3-4 ਸਾਲ ਤੋਂ ਜਦੋਂ ਤੋਂ ਹੋਸ਼ ਆਈ ਆ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਘਟੀਆ ਮੰਨਿਆ ਗਿਆ ਆ। ਦਰਾਇਤ ਹੁੰਦੀ ਰਹੀ ਹੈ। ਜੇ ਕੁੜੀ ਤਾਂ ਮੁੰਡਾ ਬੈਠੇ ਆ, 2 ਜਣੇ ਝੂਠਾ ਭਾਡਾ ਚੱਕਣ ਦੀ ਲੋੜ ਪਈ ਆ ਤੇ ਪਹਿਲਾਂ ਕੁੜੀ ਨੂੰ ਕਿਹਾ ਗਿਆ। ਜੇ 2 ਬੱਚੇ ਖੇਡਦੇ ਆ, ਦੋਏ ਚ ਕਹਿੰਦੇ ਖਿਡੌਣਾ ਮੈਂ ਲੈਣਾ, ਤਾਂ ਕੁੜੀ ਨੂੰ ਸਮਝਾਇਆ ਗਿਆ ਵੀ ਕੋਈ ਗੱਲ ਨਹੀਂ ਬੇਟਾ। ਜੇ 2 ਜਣਿਆਂ ਨੇ ਲੜਾਈ ਕਰਕੇ ਮਾਪਿਆਂ ਨੂੰ ਜਾ ਕੇ ਦੱਸਿਆ, ਉਹ ਕਹਿੰਦਾ ਇਨੇ ਮਾਰਿਆ, ਉਹ ਕਹਿੰਦਾ ਇਨੇ ਮਾਰਿਆ, ਤਾਂ ਮੁੰਡੇ ਦੀ ਗੱਲ ਮੰਨੀ ਗਈ ਆ। ਕੀ ਉਹ ਡਿਪਰੈਸ਼ਨ ਨਹੀਂ ਸੀਗਾ ਬੱਚੇ ਨੂੰ? ਉਹ ਮਤਲਬ ਬੁਲਿੰਗ ਹੈਗੀ ਹੈ ਉਹ ਤਾਂ। ਹੁਣ ਉਹ ਜਦੋਂ ਉਹਦੇ ਨਾਲ ਵਿਚਾਰੀ ਨਾਲ ਛੋਟੀ ਹੁੰਦੀ ਨਾ ਧੱਕਾ ਹੋਣ ਲੱਗ ਪਿਆ, ਉਹਦੇ ਕੋਲ ਆਪਸ਼ਨ ਕੀ ਆ? ਹੁਣ ਇੰਡੀਆ ਦੇ ਵਿੱਚ ਮਾਹੌਲ ਸੀਗਾ ਸਾਡੇ ਤੇ ਕੁੜੀ ਜਾ ਕੇ ਜਦੋਂ 15-16 ਸਾਲ ਦੀ ਹੋਈ, ਉਹ ਕਹੇ ਘਰਦਿਆਂ ਨੂੰ ਵੀ ਮੈਂ ਚੱਲੀ ਆ। ਜਿਹਦੇ ਕੋਲ ਗਈ, ਜੇ 40 ਸਾਲ ਦੇ ਬੰਦੇ ਕੋ ਵੀ ਗਈ, ਕਿਸੇ ਅਮੀਰ ਜਿਹਦੇ ਕੋ ਵੀ ਗਈ, ਉਹ ਬਿਸਤਰੇ 'ਚ ਨਹੀਂ ਲੈ ਕੇ ਜਾਊਗਾ ਪਹਿਲਾਂ।
ਯੈਸ, ਉੱਥੇ ਦਾ ਤਾਂ ਮੰਨ ਲਓ ਜਿਹੜੇ ਉਹਦੇ ਤਾਈਓ ਹੈਗਾ ਵੀ ਉੱਥੇ ਦੇ ਸਿਸਟਮ ਦੇ ਮੁਤਾਬਕ ਤਾਂ ਸਟੱਡੀ ਹੋਈ ਨਹੀਂ ਨਾ ਜੀ ਕਿਤੇ ਵੀ। ਨਹੀਂ, ਮੈਂ ਕਹਿ ਰਿਹਾ ਵੀ ਅਸੀਂ ਨਹੀਂ, ਚਲੋ ਉੱਥੇ ਦੇ ਨਾਲ ਤਾਂ ਨਹੀਂ ਹੋਈ, ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਪੰਜਾਬ 'ਚ ਜੰਮ ਕੇ ਅਮਰੀਕਾ ਕੈਨੇਡਾ ਆ ਕੇ ਬਹਿ ਗਏ, ਹਾਂਜੀ, ਜਿਨ੍ਹਾਂ ਨੇ ਜਿਹੜੀਆਂ ਬੱਚੀਆਂ, ਜਿਹੜੀਆਂ ਲੜਕੀਆਂ ਸਾਡੀਆਂ ਭੈਣਾਂ ਇਸ ਮਾਹੌਲ 'ਚੋਂ ਪਲ ਕੇ ਆਈਆਂ ਆ, ਉਹਨਾਂ ਅੰਦਰ ਅੱਜ ਹਿੰਮਤ ਹੈਗੀ ਆ ਵੀ ਨਿਰਪੱਖ ਹੋ ਕੇ ਸਰਵੇ ਕਰਵਾ ਦੇਣ ਉਹ ਘਰਾਂ 'ਚ ਬੈਠ ਕੇ। ਜਾਂ ਉਹ ਤਾਂ ਜਿਹੜਾ ਮੰਨ ਲਓ ਬਾਈ ਡਿਫਾਲਟ ਉਹਨਾਂ ਨੂੰ ਸਿਸਟਮ ਦਿੱਤਾ ਹੈ ਉਹ ਬਾਇਸਡ ਹੀ ਦਿੱਤਾ ਹੈ ਮੁੜ ਤੋਂ। ਹੁਣ ਤੁਹਾਡੀ ਗੱਡੀ 3-4 ਵਾਰੀ ਗਰਮ ਹੋ ਜਵੇ, ਮੁੜ ਕੇ ਭਰੋਸਾ ਰਹਿੰਦਾ ਉਸ ਇੰਜਣ ਦਾ? ਹਾਂਜੀ, ਉਹ ਤਾਂ ਹੈ। ਤਾਂ ਸਾਡੀਆਂ ਬੱਚੀਆਂ ਦਾ ਦਿਮਾਗ ਕਿੰਨੀ ਵਾਰ ਇਦਾਂ ਡਿਪਰੈਸ਼ਨ 'ਚ ਗਿਆ ਹੁਣ? ਜਾਂ ਆਪਣੇ ਲੋਕਾਂ ਨੂੰ ਤਾਂ ਡਿਪਰੈਸ਼ਨ, ਇੱਕ ਮੰਨ ਲਓ ਜੇ ਆਪਾਂ ਇਹ ਦੇਖੀਏ ਮੈਂਟਲ ਹੈਲਥ ਦੀ ਦੇਖੀਏ ਤਾਂ ਹਾਲੇ ਆਪਣੇ ਲੋਕਾਂ ਨੂੰ ਪਤਾ ਹੀ ਹੋਣ ਲੱਗਿਆ ਵੀ ਜਿਹੜੀ ਮੈਂਟਲ ਹੈਲਥ ਇਜ਼ ਮੋਰ ਇੰਪੋਰਟੈਂਟ ਦੈਨ ਫਿਜ਼ੀਕਲ ਹੈਲਥ। ਹੁਣ ਉਹ ਜਿਹੜਾ ਉਹਦੇ ਅੰਦਰ ਘਟੀਆ ਹੋਣ ਦਾ, ਪਛੜੇ ਹੋਣ ਦਾ ਅਹਿਸਾਸ ਆ, ਉਹਦੇ ਅੰਦਰ ਫੇਰ ਲੜਾਈ ਲੜਨ ਲਈ ਕੌਨਫੀਡੈਂਸ ਰਹਿਣ ਦਿੰਦਾ ਆ। ਹਾਂਜੀ, ਉਹ ਤਾਂ ਹੈ। ਉਹ ਜਗ੍ਹਾ ਜਦ ਕੰਪਨੀ 'ਚ ਕੰਮ ਕਰੂਗੀ, ਜਦੋਂ ਘਰ ਵਾਲੇ ਦੇ ਨਾਲ ਗੱਲ ਹੋਊਗੀ ਕਿਤੇ, ਕੀ ਉਹਨੂੰ ਹਰ ਵੇਲੇ ਆਪਣੀ ਹੋਂਦ ਬਚਾਉਣ ਦਾ ਫਿਕਰ ਨਹੀਂ ਪਊਗਾ? ਯੈਸ, ਕਿਉਂ ਪਹਿਲਾਂ ਤਾਂ ਹੋਇਆ ਇਦਾਂ ਰਿਹਾ ਆ। ਹਾਂਜੀ, ਹੁਣ ਉਹ ਜਦੋਂ ਉਹਦੀ ਹੁਣ ਘਰ ਦੇ ਵਿੱਚ ਕੋਈ ਦਰਵਾਜ਼ਾ ਨਹੀਂ, ਤੁਸੀਂ ਨਾ ਬੱਚੇ ਕੋ 10 ਮਿੰਟ ਇਮਾਨਦਾਰੀ ਨਾਲ ਬੈਠ ਕੇ ਦੇਖ ਲਓ ਇਦਾਂ, ਹਾਂਜੀ, ਤੇ ਉਹ ਹਫ਼ਤੇ ਕੁ ਬਾਅਦ ਤੁਹਾਡੇ ਨਾਲ ਗੱਲ ਕਰਨ ਲੱਗ ਪੈਂਦਾ। ਹਾਂਜੀ, ਤੇ ਜੇ ਇਦਾਂ ਦੀ ਸਿਚੁਏਸ਼ਨ ਹੋਵੇ ਤਾਂ ਤੂੰ ਕੀ ਚੂਜ਼ ਕਰੂੰਗਾ ਵਿੱਚੋਂ? ਜੇ ਆਹ ਸਿਚੁਏਸ਼ਨ ਆ ਜਾਏ ਤਾਂ ਤੂੰ ਕੀ ਕਰੂੰਗਾ? ਹੁਣ ਉਹ ਜਿਹੜੇ ਸਵਾਲ ਪੁੱਛਦਾ ਨਾ ਤੁਹਾਨੂੰ, ਉਹਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਹੁੰਦੀਆਂ ਅਸਲ 'ਚ। ਨੈਚੁਰਲੀ ਉਹ ਹੁਣ ਜਦੋਂ ਕਿਸੇ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਉਹਦੇ ਲਈ, ਉਹਨੂੰ ਹਰ ਵੇਲੇ ਫਿਕਰ ਹੀ ਇਹ ਪਿਆ ਰਿਹਾ ਆ ਵੀ ਜੇ ਤੂੰ ਆਪਣੀ ਹੋਂਦ ਬਚਾਉਣੀ ਆ ਤਾਂ ਤੈਨੂੰ ਕੁਰਬਾਨੀ ਕਰਨੀ ਪੈਣੀ ਆ। ਹਾਂਜੀ, ਉਹ ਤਾਂ ਹੈ। ਤੂੰ ਜ਼ਰੂਰਤਮੰਦ ਨਹੀਂ ਸੀ, ਤੇਰੀ ਲੋੜ ਨਹੀਂ ਸੀ ਇੱਥੇ, ਉਹ ਤਾਂ ਗਲਤੀ ਹੋ ਗਈ ਆ। ਹੁਣ ਉਹਦੇ ਵਿੱਚੋਂ ਫਿਰ ਜਿਹੜਾ ਅੱਗੇ ਆਉਣਾ, ਕਿਉਂਕਿ ਮਨੁੱਖੀ ਸੁਭਾਅ ਤਾਂ ਇਦਾਂ ਦਾ ਨਾ, 5-6 ਸਾਲ ਦਾ ਬੱਚਾ ਸੁਭਾਅ ਨੂੰ ਝੱਟ ਦੇਖ ਲੈਂਦਾ। ਯੈਸ, ਜਿਹਨੂੰ ਨਾ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ, ਉਹ ਤੁਹਾਡੇ ਗੱਲ ਕਰਦਿਆਂ ਨੂੰ ਮੱਥੇ ਦੀਆਂ ਤੀੜੀਆਂ, ਤੁਹਾਡੀ ਟੈਨਸ਼ਨ, ਤੁਹਾਡੀ ਟੋਨ, ਉਹ ਦੇਖ ਕੇ ਆ ਕੇ ਸਵਾਲ ਪੁੱਛਦਾ ਵੀ ਇਜ਼ ਐਵਰੀਥਿੰਗ ਓਕੇ? ਉਸ ਵੇਲੇ ਉਹ ਸਮਝ ਰਿਹਾ ਵੀ ਗੱਲ ਨਹੀਂ ਹੋ ਰਹੀ, ਆਰਗੂਮੈਂਟ ਹੋ ਰਿਹਾ ਇੱਥੇ। ਤੇ ਸਾਡੇ 20, 22, 25, 30 ਸਾਲ ਦੇ ਨੌਜਵਾਨ ਨੂੰ ਨਹੀਂ ਪਤਾ ਵੀ ਸੁਭਾਅ ਕਿਦਾਂ ਦਾ ਆ। ਹੁਣ ਜਦੋਂ ਉਹ ਦੇਖ ਲੈਂਦਾ ਹੈ ਵੀ ਮੇਰੀ ਔਰਤ ਦਬਾਅ ਦੇ ਥੱਲੇ ਆ, ਮੁੜ ਕੇ ਉਹਨੂੰ ਫੇਰ ਕਰੂਗਾ ਉਹਦੇ ਨਾਲ ਉਹ? ਉਹ ਤਾਂ ਅਨਫੇਅਰ ਹੈ। ਜਿਵੇਂ ਤੁਸੀਂ ਕਿਹਾ ਵੀ ਬੱਚਾ ਦੇਖ ਲੈਂਦਾ ਹੈ ਤੇ ਜਾਨਵਰ ਦੇਖ ਲੈਂਦਾ। ਹੁਣ ਮੈਂ ਕਹਿੰਦਾ ਵੀ ਜਦੋਂ ਉਹ ਬੱਚੀ ਦੇ ਨਾਲ ਇਹ ਕੁਝ ਹੋਇਆ, ਸਕੂਲ ਦੇ ਵਿੱਚ ਉਹਨੂੰ ਅਹਿਸਾਸ ਮਿਲਿਆ ਹਨਾ, ਮੁੜ ਕੇ ਉੱਤੇ ਉਹ ਧਰਮ ਦਾ ਦਬਾਅ ਪੈ ਗਿਆ। ਹੁਣ ਜਿਸ ਲੜਕੀ ਨੂੰ ਇਹ ਅਹਿਸਾਸ 20, 22, 25 ਸਾਲ ਤੋਂ ਬਾਅਦ ਜਾ ਕੇ ਹੋਇਆ ਤੇ ਮੇਰੀ ਵੈਲਿਊ ਕੁੜੀ ਕਰਕੇ, ਮੈਂ ਕੁੜੀ ਆ ਇੱਕ, ਮੈਂ ਸੂਰਮਾ, ਮੈਂ ਸ਼ੇਰ ਨਹੀਂ ਹੈਗਾ, ਮੇਰੇ ਦਲੇਰੀ ਕਰਕੇ ਨਹੀਂ ਮੇਰੀ ਕਦਰ ਪੈਣੀ। ਹੁਣ ਤਾਂ ਇੰਟੈਲੀਜੈਂਸੀ ਕਰਕੇ ਹੀ ਹੈ ਜੀ। ਇੰਟੈਲੀਜੈਂਸੀ ਵੀ ਤਾਂ ਬਾਅਦ ਵਿੱਚ ਆਉਣੀ ਹੈ ਨਾ, ਪਹਿਲਾਂ ਤਾਂ ਕੁੜੀ ਕਰਕੇ ਆ ਨਾ। ਹੁਣ ਤੁਸੀਂ ਆਪਣਾ ਮੁੰਡਾ ਵਿਆਹੁਣਾ, ਉਹ ਇੰਟੈਲੀਜੈਂਟ ਕੁੜੀ ਨੂੰ ਲਿਆਊਗਾ ਕਿ ਸੋਹਣੀ ਕੁੜੀ ਨੂੰ ਪਸੰਦ ਕਰੂਗਾ? ਇਹ ਸਬਜੈਕਟਿਵ ਹੈ, ਪਰ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ, ਆਈ ਐਗਰੀ ਵਿਦ ਯੂ। ਪਹਿਲਾਂ ਕੁੜੀ ਤਾਂ ਲੱਗਦੀ ਹੋਵੇ ਨਾ ਉਹ। ਹਾਂਜੀ, ਹੁਣ ਜੇ ਤੁਸੀਂ ਆਪਣੀ ਬੱਚੀ ਨੂੰ ਧਰਮ ਦਾ ਬਹਾਨਾ ਪਾ ਕੇ ਉਹਦੀ 3 ਇੰਚ ਦਾੜੀ ਵਧਵਾ ਦਿੱਤੀ ਉਹਦੀ, ਮੁੜ ਕੇ ਕਹੋ ਇੰਟੈਲੀਜੈਂਟ ਬਹੁਤ ਆ, ਤੁਸੀਂ ਵਿਆਹ ਲਓ, ਆਪਣੇ ਮੁੰਡੇ ਨੂੰ ਵਿਆਹ ਲਓਗੇ ਇੰਟੈਲੀਜੈਂਟ ਕੁੜੀ? ਅਸੈਪਟੇਬਲ ਨਹੀਂ ਰਹਿਣੀ। ਕੀ ਉਹ ਨਾਲੇ ਕਿੰਨੇ ਸਬਜੈਕਟਿਵ ਆ ਇਹ? ਨਹੀਂ, ਉਹ ਮਤਲਬ
ਇਹ ਵੀ ਸਬਜੈਕਟਿਵ ਹੈ ਤਾਂ ਚਲੋ ਵੀ ਕੈਨ ਮੂਵ ਫਾਰਵਰਡ ਵੀ ਨਹੀਂ ਮੈਂ ਕਹਿੰਦਾ ਵੀ ਜਦੋਂ ਉਹ 14-15 ਸਾਲ ਦੀ ਸੀ ਉਹਦੀ ਓਵਰੀ ਦੀ ਪ੍ਰੋਬਲਮ ਹੋਈ ਆ, ਉਹਨੂੰ ਉਸ ਵੇਲੇ ਅਹਿਸਾਸ ਹੋ ਗਿਆ ਕਿ ਮੇਰੇ ਪੀਰੀਅਡ ਇਸ ਕਰਕੇ ਨਹੀਂ ਹੈਗੇ, ਆਹ ਪ੍ਰੋਬਲਮ ਮੈਨੂੰ ਹੋ ਰਹੀ, ਪੀਰੀਅਡ ਤਾਂ ਨਹੀਂ ਆ ਰਹੇ। ਉਸ ਵੇਲੇ ਉਹਨੂੰ ਡਾਕਟਰ ਜਾਣ ਦੀ ਲੋੜ ਸੀ, ਪਰ ਉਹਨੂੰ ਸਮਝਾਇਆ ਇਹ ਗਿਆ ਕਿ ਇਹ ਤਾਂ ਗੰਦਾ ਕੰਮ ਹੈ, ਸਿੱਖਾਂ ਦੇ ਹੁੰਦਾ ਨਹੀਂ। ਉਹਨੂੰ ਦੱਸਿਆ ਨਹੀਂ ਕਿਸੇ ਨੂੰ। ਹੁਣ ਬਲੀਡਿੰਗ ਅੰਦਰ ਹੀ ਇੱਕ ਬਣਦੇ ਰਹੇ, ਅੰਦਰ ਹੀ ਫਟਦੇ ਰਹੇ। 10 ਸਾਲ ਬਾਅਦ ਜਾ ਕੇ ਸਪੈਸ਼ਲਿਸਟ ਨੇ ਦੱਸਿਆ ਵੀ ਤੇਰੇ ਤੇ ਅੰਦਰ ਕੈਂਸਰ ਹੋਣ ਦਾ ਖਤਰਾ ਆ, ਤੇਰੀ ਤਾਂ ਓਵਰੀ ਕੱਢਣੀ ਪੈਣੀ ਆ। ਹੁਣ ਉਹਦੇ ਮੁੰਡਿਆਂ ਨੂੰ ਉਹ ਵੀਰ ਜੀ ਕਹੀ ਜਾਂਦੀ ਆ, ਬਾਕੀ ਪਾਸੇ ਦੇ ਉਹਨੂੰ ਭੈਣ ਜੀ ਕਹੀ ਜਾਂਦੇ ਆ। 25-26 ਸਾਲ ਦੀ ਹੋ ਗਈ, ਜਦੋਂ ਜਾ ਕੇ ਮੂੰਹ ਸਿਰ ਸਵਾਰਿਆ ਉਹਨੂੰ ਆਪਣਾ, ਮੁੜ ਕੇ ਮੁੰਡਾ ਕਿਹੜਾ ਪਸੰਦ ਕਰੂਗਾ ਉਹਨੂੰ? ਉਹ ਦੋਸ਼ ਕਿ ਅਸੀਂ ਕਿੱਦਾਂ ਕਹਿ ਸਕਦੇ ਵੀ ਬਰਾਬਰ ਆ? ਹੁਣ ਉਹ ਜਿਹੜੀਆਂ ਕੁਦਰਤੀ ਤੌਰ ਤੇ ਉਹਦੇ ਨਾਲ ਜਿੱਦਾਂ ਦਾ ਉਹਦਾ ਬੋਡੀ ਆ, ਜੇ ਅਸੀਂ ਉਹਨੂੰ ਨਾ ਸੰਭਾਲਿਆ, ਜੇ ਆਲੇ ਦੁਆਲੇ ਨੇ, ਸਮਾਜ ਨੇ, ਪਰਿਵਾਰ ਨੇ ਉਹ ਚੀਜ਼ ਨੂੰ ਨਾ ਨੋਟ ਕੀਤਾ, ਉਹਦੇ ਅੰਦਰ ਮਾਣ ਕਿੱਦਾਂ ਰਹੂਗਾ? ਉਹ ਤਾਂ ਫੈਮਿਲੀ ਤੋਂ ਹੀ ਸ਼ੁਰੂ ਹੋਣਾ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗਰੂਰ ਚਾਹੀਦਾ ਨਾ ਆਪਣੇ ਆਪ ਦੇ ਉੱਤੇ, ਫੇਰੇ ਤੁਸੀਂ ਕਿਸੇ ਨਾਲ ਨੈਗੋਸ਼ੀਏਸ਼ਨ ਕਰਨੀ ਆ ਤੁਸੀਂ। ਹੁਣ ਜੇ ਤੁਹਾਨੂੰ ਪਤਾ ਵੀ ਤੁਹਾਡੀ ਕਾਰ ਜਿਹੜੀ ਹੈ ਨਾ ਅੰਦਰੋਂ ਹੈਗੀ ਆ ਰਸਟ ਨਾ ਖਾਧੀ ਹੋਈ, ਇੰਜਣ ਉਹਦਾ 2 ਵਾਰੀ ਗਰਮ ਹੋ ਚੁੱਕਾ, ਚੈਸੀ ਉਹਦੀ 2-3 ਐਕਸੀਡੈਂਟ ਹੋਏ ਆ, ਥੱਲੇ ਪਤਾ ਨਹੀਂ ਕੀ ਹੋਇਆ ਉਹਦਾ, ਤੇ ਤੁਸੀਂ ਗਾਹਕ ਨਾਲ ਸੌਦਾ ਕਰਨ ਲੱਗੇ 2-4 ਹਜ਼ਾਰ ਵੱਧ ਘਾਟੇ ਦਾ ਲੈਣ ਲਈ ਕਦੇ ਏਦਾਂ ਅੜ ਸਕੋਗੇ? ਪੈਰ ਅੜਾ ਲਓਗੇ ਤੁਸੀਂ? ਨੈਗੋਸ਼ੀਏਸ਼ਨ ਨਹੀਂ ਕਰ ਸਕਣਾ ਤੁਸੀਂ ਅਗਲੇ ਨਾਲ। ਇਸ ਕਰਕੇ ਜਿਹੜੀ ਗੱਲ ਅਸੀਂ ਕਹਿੰਦੇ ਆ ਨਾ ਵੀ ਇਹ ਗੱਲਾਂ ਠੀਕ ਆ, ਥਿਊਰੀ ਬਹੁਤ ਵਧੀਆ ਆ, ਪਰ ਸਾਨੂੰ ਪਹਿਲਾਂ ਉਹਦਾ, ਜਿਹੜੇ ਨਾ ਬੱਚੇ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਹੈਗੇ ਆ, ਹੁਣ ਇੱਥੇ ਤੁਹਾਡੇ ਅਮਰੀਕਾ ਚੋਂ ਕੇਸ ਹੋਇਆ ਪਿੱਛੇ 15-16 ਸਾਲ ਦੀ ਕੁੜੀ ਦਾ, ਮਤਲਬ ਇਹਨਾਂ ਮੁਲਕਾਂ ਚ ਆ ਕੇ ਯਾਰ, ਹਾਂ ਉਹ ਤਾਂ ਮਤਲਬ ਸੈਡ ਪਾਰਟ ਹੈ। ਹੁਣ ਉਹ ਤਾਂ ਪ੍ਰਗਟ ਹੋ ਗਿਆ ਨਾ। ਉਦਾਂ ਕਿੰਨੇ ਕੁ ਥਾਂ ਤੇ ਬੱਚੇ ਨੂੰ, ਜਿੰਨੀ ਮੁੰਡੇ ਨੂੰ ਆਜ਼ਾਦੀ ਆ, ਜਿੰਨਾ ਮੁੰਡੇ ਦੇ ਵੱਡਾ ਹੋਣ ਤੇ ਖੁਸ਼ੀ ਆ, ਕੀ ਕੁੜੀ ਦੇ ਵੱਡਾ ਹੋਣ ਤੇ ਵੀ ਉਨੀ ਖੁਸ਼ੀ ਆ? ਪਰ ਤੁਹਾਡੇ ਹਿਸਾਬ ਨਾਲ ਹੁਣ ਚੇਂਜ ਨਹੀਂ ਹੋ ਰਿਹਾ ਜੀ? ਮੈਂ ਕਹਿੰਦਾ ਚੇਂਜ ਹੋ ਰਿਹਾ, ਸਮਾਜ ਦੇ ਦਬਾਅ ਥੱਲੇ ਚੇਂਜ ਹੋ ਰਿਹਾ, ਇਸ ਕਰਕੇ ਤੇ ਦੁਨੀਆ ਕਹਿੰਦੀ ਆ ਕਿ ਕੁੜੀ ਮੁੰਡਾ ਬਰਾਬਰ ਆ, ਤੇ ਮੈਂ ਵੀ ਕਹਿਣਾ ਕੁੜੀ ਮੁੰਡਾ ਬਰਾਬਰ ਆ। ਦਿਮਾਗ ਐਕਸੈਪਟ ਨਹੀਂ ਕਰ ਰਿਹਾ ਅਜੇ। ਅਜੇ ਕਿਤੇ ਨਾ ਕਿਤੇ ਉਹ ਸਟ੍ਰੈਸ ਆ, ਦੂਜੇ ਦੇ ਨੂੰ ਦੇਖ ਕੇ ਦਿਲ ਘਟ ਰਿਹਾ ਆ, ਅਜੇ ਹੌਲ ਪੈ ਰਿਹਾ ਅਜੇ। ਇਹਦਾ ਮਤਲਬ ਫੈਮਿਲੀ ਕੰਪਲੀਟ ਨਹੀਂ ਲੱਗਦੀ ਅਜੇ ਟਾਈਮ ਲੱਗੂਗਾ। ਜਦੋਂ ਨਾ ਮੈਂਟਲਿਟੀ ਚੇਂਜ ਹੋ ਗਈ, ਉਦੋਂ ਕਹਿਣਾ ਨਹੀਂ ਪੈਣਾ ਬਰਾਬਰ ਆ। ਹੁਣ ਤੁਹਾਨੂੰ ਦੇਖੋ, ਜਾਣੀ ਇੱਕ ਬੰਦਾ ਕਹਿੰਦਾ ਵੀ ਮੈਨੂੰ ਮੀਟ ਬਹੁਤ ਸਵਾਦ ਲੱਗਦਾ, ਠੀਕ ਹੈ, ਦੂਜਾ ਕਹਿੰਦਾ ਵੀ ਫੁੱਲ ਬੜੀਆਂ ਖਾਈ ਦੀਆਂ, ਬਿਲਕੁਲ ਉਦਾਂ ਦੀਆਂ ਹੀ ਆ। ਹੁਣ ਇਹਦਾ ਮਤਲਬ ਉਹਦੀ ਸੁਤਾ ਮੀਟ ਵਿੱਚ ਆ ਜੀ। ਨਹੀਂ ਤਾਂ ਕਹਿਣਾ ਨਹੀਂ ਪੈਣਾ ਵੀ ਉਹਦੇ ਵਰਗੀਆਂ ਹੀ ਆ ਇਹ, ਨੈਚੁਰਲੀ। ਹੁਣ ਅਸਲ 'ਚ ਤਾਂ ਗੱਲ ਇਹ ਨਾ, ਬੱਚਾ ਹੋਵੇ ਚਾਹੇ ਨਾ ਹੋਵੇ, ਠੀਕ ਹੈ, ਫਿਰ ਜਿੱਦਣ ਇਹ ਅਹਿਸਾਸ ਹੋ ਗਿਆ, ਫਿਰ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਫਿਰ ਕਹਿਣਾ ਵੀ ਕੋਈ ਫਰਕ ਨਹੀਂ ਹੈਗਾ। ਜਦੋਂ ਤੁਸੀਂ ਕਹਿੰਦੇ ਕੁੜੀ ਤਾਂ ਮੁੰਡੇ 'ਚ ਕੋਈ ਫਰਕ ਨਹੀਂ, ਇਹਦਾ ਮਤਲਬ ਫਰਕ ਅਜੇ ਹੈਗਾ ਆ ਅੰਦਰੋਂ। ਅਸੀਂ ਉਹ ਚੀਜ਼ ਨੂੰ, ਕਿਉਂਕਿ ਅਸੀਂ ਆ ਗਿਆਨੀ, ਗਿਆਨੀ ਹੋ ਕੇ ਬੰਦੇ ਤੇ ਇੱਕ ਭਾਰ ਪੈ ਜਾਂਦਾ, ਤੇ ਮੈਂ ਗਿਆਨੀ ਆ, ਮੈਂ ਏਦਾਂ ਕਿੱਦਾਂ ਕਹਿ, ਜਿਹੜਾ ਮੈਂ ਕਹਿ ਰਿਹਾ ਵੀ ਔਰਤ, ਉਹ ਕਹਿੰਦੀ ਮੈਂ ਤਾਂ ਘਰ ਸੰਭਾਲਣਾ, ਬੰਦੇ ਤਾਂ ਹੁੰਦੇ ਬੇਖੁੱਟ ਰਹੇ ਆ। ਔਰਤ ਅਗਲੀ ਕਹਿੰਦੀ ਆ ਵੀ ਸਾਰਾ ਸਮਾਜ ਮੈਨੂੰ ਕਹਿੰਦਾ ਵੀ ਤੂੰ 9 ਮਹੀਨੇ ਪੇਟ 'ਚ ਰੱਖ ਕੇ ਇਹਨੂੰ ਜੰਮਿਆ ਆ। ਬੰਦੇ ਦਾ ਕੀ, ਉਹ ਤਾਂ ਕਿਸੇ ਨਾਲ ਵੀ ਸੌ ਜਾਣ, ਨਿਆਣਾ ਜੰਮ ਕੇ ਆ ਜਾਂਦੇ ਆ। ਮਾਂ ਤਾਂ ਮਾਂ ਹੁੰਦੀ ਆ।
ਹੁਣ ਇਹ ਗੱਲਾਂ ਉਹਦੇ ਤੇ ਦਬਾਅ ਪਾ ਕੇ ਬੈਠੀਆਂ, ਉੱਤੇ ਭਾਰ ਪਾ ਕੇ ਬੈਠੀਆਂ। ਹਾਂਜੀ ਜਦੋਂ ਉਹ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗਦੀ ਆ, ਇੱਕਦਮ ਉਹ ਦਬਾਅ ਉੱਤੇ ਉਹਨੂੰ ਉੱਠਣ ਨਹੀਂ ਦਿੰਦਾ। ਯੈਸ ਉਹ ਦਬਾਅ ਕਹਿ ਰਿਹਾ ਨਹੀਂ 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 ਨਹੀਂ, ਕੁਰਬਾਨੀ ਕਰ, ਤੇਰੀ ਅਹਿਮੀਅਤ ਤਾਂ ਆ। ਹਾਂਜੀ, ਪਰ ਇਹ ਵੀ ਦਬਾਅ ਹੈ ਵੀ ਤੂੰ ਕਮਜ਼ੋਰ ਹੈ। ਉਹ ਤਾਂ ਆਪੇ, ਉਹ ਤਾਂ ਸੈਕੰਡਰੀ ਹੋਣਾ ਹੀ ਆ, ਉਹ ਤਾਂ ਬਾਅਦ ਵਿੱਚ ਹੋ ਜਾਣਾ। ਪਰ ਹੁਣ ਉਹ ਚੀਜ਼ਾਂ ਜਿਹੜੀਆਂ ਆ ਉਹ ਕਹਿਣ ਲਈ ਸਰਵੇਆਂ ਦੇ ਆਧਾਰ ਤੇ ਅਸੀਂ ਇਹਨਾਂ ਮੁਲਕਾਂ ਨਾਲੋਂ ਤਾਂ ਜੇ ਘੱਟੋ ਘੱਟ ਮੈਂ ਕਹਿੰਦਾ 60-70 ਸਾਲ ਪਿੱਛੇ ਆ ਅਸੀਂ। ਵੱਧਾ ਹੀ 200 ਹੈਗੇ। ਫਿਰ ਹੁਣ ਇਹਨਾਂ ਦੇ ਸਰਵੇ ਥੋੜੋ ਆਪਣੇ ਤੇ ਲਾਗੂ ਕਰ ਲਾਂਗੇ ਅਸੀਂ। ਹਾਂਜੀ 200 ਹੈਗੇ, ਇਹਨਾਂ ਦੇ ਸਰਵੇ ਆਪਣੇ ਤੇ ਲਾਗੂ ਨਹੀਂ ਕਰ ਲਾਂਗੇ ਅਸੀਂ। ਹਾਂਜੀ ਤੁਸੀਂ ਨਾ ਕੈਨੇਡਾ ਅਮਰੀਕਾ ਦੇ ਵਿੱਚੋਂ ਉਹ ਟੱਬਰ ਲੱਭੋ ਹਾਂਜੀ ਜਿਹੜੇ ਇਹ ਕਹਿਣ ਵੀ ਸਾਡੇ ਮੁੰਡੇ ਨੂੰ ਕੋਈ ਪਰਵਾਹ ਨਹੀਂ, ਲੜਕੀ ਡਿਵੋਰਸ ਹੋਈ ਆ ਚਾਹੇ ਉਹਦੇ ਬੱਚਾ ਆ। ਹਾਂਜੀ ਅਣਵਿਆਹੀ ਕੁੜੀ ਆ, ਹੁਣ 2 ਨਿਆਣੇ ਜੰਮ ਦਿੱਤੇ, ਕਿੰਨੇ ਜਣੇ ਤਿਆਰ ਆ ਵਿਆਹੁਣੇ ਨੂੰ? ਜਾਂ ਉਹ ਹਲੇ ਐਕਸੈਪਟੇਬਲ ਨਹੀਂ ਹੈ ਆਪਣੇ। ਨਹੀਂ ਮਤਲਬ ਕਿਉਂ, ਫਰਕ ਕੀ ਆ ਉਹਦੇ ਵਿੱਚ? ਹਾਂਜੀ ਉਹ ਤਾਂ ਹੈ। ਜਿਹੜਾ ਸਰੀਰ ਦਾ ਸੰਬੰਧ ਆ ਉਹ ਚਾਹੇ ਕੋਈ ਵਿਆਹਿਆ ਬਣਾ ਰਿਹਾ ਆ, ਚਾਹੇ ਅਣਵਿਆਹਿਆ ਬਣਾ ਰਿਹਾ ਆ। ਯੈਸ, ਕੁਦਰਤ ਨੇ ਤਾਂ ਕੁਛ ਨਹੀਂ ਸੀ ਕੀਤਾ, ਵਿਆਹ ਕੁਦਰਤ ਨੇ ਥੋੜੀ ਬਣਾ ਕੇ ਕੀਤਾ। ਨਹੀਂ ਉਹ ਤਾਂ ਇੱਥੇ ਧਰਤੀ ਤੇ ਆਉਣ ਤੋਂ ਬਾਅਦ ਅਸੀਂ ਫੈਸਲਾ ਕੀਤਾ। ਹਾਂਜੀ ਹਨਾ, ਜੇ ਹੁਣ ਕੁਆਰੀ ਕੁੜੀ ਫੈਸਲਾ ਕਰ ਲੈਂਦੀ ਆ 20 ਸਾਲ ਦੀ ਉਮਰ ਚ, ਉਹਦਾ ਜੀ ਕਰਦਾ ਵੀ ਮੈਂ ਕੱਲੀ, ਮੇਰਾ ਕੋਈ ਦੋਸਤ ਹੈ ਨਹੀਂ, ਮੈਂ ਨਹੀਂ ਕੱਲੀ ਰਹਿਣਾ, ਮੈਂ ਤਾਂ ਬੱਚਾ ਪਾਲਣਾ, ਹਨਾ, ਉਹ ਬੱਚਾ ਲੈ ਲੈਂਦੀ ਆ। 25-26 ਸਾਲ ਦੀ, 27-30 ਸਾਲ ਦੀ ਉਮਰ ਜਾ ਕੇ ਉਹਦਾ ਜੀ ਕਰਦਾ ਮੈਂ ਵਿਆਹ ਕਰਾ ਲੈਣਾ। ਹਾਂਜੀ ਮਤਲਬ ਅਸੀਂ, ਚਲੋ ਔਰਤ ਦੀ ਗੱਲ ਵੱਖਰੀ ਹੈ, ਮੁੰਡੇ ਦੇ ਪੱਖੋਂ ਵੀ ਕਿਹੜੀ ਸੋਚ ਉੱਚੀ ਕਰ ਲਈ ਅਸੀਂ। ਹਾਂਜੀ ਸੋਚ ਤਾਂ ਥੋੜਾ ਜਿਹਾ ਹਲੇ ਆਪਣਾ ਸੋਚ ਵਾਲੇ ਪਾਸੇ ਤਾਂ ਧਿਆਨ ਘੱਟ ਹੈ ਆਪਣਾ। ਹੁਣ ਔਰਤ ਦੀ ਸਮੱਸਿਆ ਆ, ਸਬੰਧਾਂ ਦੇ ਤੌਰ ਤੇ ਔਰਤ ਤਾਂ ਮਰਦ ਦਾ ਰੋਲ ਹੈਗਾ ਬਰਾਬਰ। ਹਾਂਜੀ ਹੁਣ ਪੰਗਾ ਇਹ ਆ ਵੀ ਬੰਦੇ ਨੇ ਜਦੋਂ ਆਪ ਹੁਣ ਸਰੀਰ ਦੇ ਸੰਬੰਧ ਬਣਾਏ ਆ ਕਿਸੇ ਨਾਲ, ਉਹ ਛੱਡ ਕੇ ਆ ਗਿਆ, ਹਾਂਜੀ ਹੁਣ ਔਰਤ ਦੇ ਅੰਦਰ ਚਲਾ ਗਿਆ, ਉਹ ਨਹੀਂ ਕਰ ਸਕਦੀ, ਆਪਣੀ ਦਵਾਈ ਖਾ ਲਊਗੀ, ਆਪਣਾ ਗਰਭਪਾਤ ਕਰਵਾ ਲਊਗੀ। ਯੈਸ ਹੁਣ ਜਿੱਦਣ ਕੁਆਰੀ ਕੁੜੀ ਨੇ ਅਬੋਰਸ਼ਨ ਕਰਾ ਲਿਆ, ਉਹਨੂੰ ਇਹ ਵੀ ਪਤਾ ਹੈ ਗਾਹਾਂ ਕਿੰਨੇ ਖਤਰੇ ਬਣਨੇ ਇਹਦੇ। ਯੈਸ ਹੁਣ ਇਸ ਕਰਕੇ ਉਹ ਚੀਜ਼ ਇੰਨੀ ਈਜ਼ੀ ਨਹੀਂ ਹੈਗੀ ਜਿੰਨੀ ਸੌਖੇ ਅਸੀਂ ਥਿਊਰੀ ਨੂੰ ਕਰਕੇ ਕਹਿ ਦਿੰਨੇ ਆ। that I agree, ਜਿਹੜਾ ਸੋਸ਼ਲ ਪ੍ਰੈਸ਼ਰ ਹੈ ਉਹ ਡਿਫਰੈਂਟ ਹੈ, ਪਰ ਜੇ ਆਪਾਂ ਮੰਨ ਲਓ ਸਾਈਕੋਲੋਜੀਕਲੀ ਦੇਖੀਏ ਉਹ ਡਿਫਰੈਂਟ ਹੈ। ਉਹ ਅਸਲ ਚ ਜਿਹੜੀ ਤੁਹਾਡੀ ਜਿਹਨੂੰ ਸਾਈਕੋਲੋਜੀ ਕਹਿੰਦੇ ਆ, ਹਾਂਜੀ ਜਿਹੜਾ ਬ੍ਰੇਨ ਆ ਤੁਹਾਡਾ, ਬ੍ਰੇਨ ਇਦਾਂ ਥੋੜੋ ਆ ਵੀ ਆਲੇ ਜੋ ਤੁਸੀਂ ਸੁਣ ਰਹੇ ਆ ਉਹ ਬੇਸ਼ੱਕ ਕੰਨਾਂ ਚ ਪਈ ਜਾਵੇ, ਬ੍ਰੇਨ ਤੇ ਅਸਰ ਕੋਈ ਨਹੀਂ ਹੁੰਦਾ, ਇਦਾਂ ਥੋੜੀ ਆ। ਨਹੀਂ ਉਹ ਤਾਂ ਜ਼ਰੂਰੀ ਹੈ, ਹੁੰਦਾ ਹੀ ਹੁੰਦਾ ਉਹ ਤਾਂ ਅਸਰ। ਹੁਣ ਜਿੱਦਾਂ ਜਿਹੜੀ ਸਾਡੀ ਪ੍ਰੋਗਰਾਮਿੰਗ ਆ, ਹਾਂਜੀ ਮੈਂ ਨਹੀਂ ਮੰਨਦਾ ਕਿ ਪ੍ਰੋਗਰਾਮਿੰਗ ਹੋ ਗਈ ਉਹ ਆ ਤਾਂ ਬੋਡੀ ਉਦਾਂ ਹੀ ਚੱਲਦੀ ਆ। ਹਾਂਜੀ ਮੈਨੂੰ ਲੱਗਦਾ ਆ ਵੀ ਜਿੱਦਾਂ ਅਸੀਂ ਜੀਨੇ ਆ ਨਾ, ਆਲੇ ਦੁਆਲੇ ਜੋ ਕੁਛ ਹੋ ਰਿਹਾ ਆ, ਹਾਂਜੀ ਜਿਹੜੇ ਵਿਚਾਰ ਸਾਡੇ ਕੰਨਾਂ 'ਚ ਪੈਂਦੇ ਆ, ਸਾਡੀਆਂ ਅੱਖਾਂ 'ਚ ਰਾਹੀਂ ਅੰਦਰ ਜਾਂਦੇ ਆ, ਹਾਂਜੀ ਉਹ ਵਿਚਾਰ ਜਾ ਕੇ ਸਾਡੀ ਪ੍ਰੋਗਰਾਮਿੰਗ ਹੋਈ ਉਹਨੂੰ ਡਿਸਟਰਬ ਕਰਦੇ ਆ ਜਾਂ ਕਰਪਟ ਕਰਦੇ ਆ। ਉਹ ਕਰਪਟ ਜਦੋਂ ਕਰ ਦਿੰਦੇ ਆ ਉਦੋਂ ਉਹ ਪ੍ਰੋਗਰਾਮਿੰਗ ਵੀ ਬਦਲ ਜਾਂਦੀ ਆ। ਹਾਂਜੀ ਹੁਣ ਉਹ ਤੋਂ ਜਦੋਂ ਕੰਨਾਂ ਰਾਹੀਂ ਗੱਲ ਪੈ ਗਈ, ਅੱਖਾਂ ਰਾਹੀਂ ਦੇਖ ਲਈ, ਮੋਰੇ ਫਿਜ਼ੀਕਲ ਐਕਸ਼ਨ ਹੁੰਦਾ ਦੇਖ ਲਿਆ, ਇੱਕ ਵਾਰੀ ਦੇਖਿਆ, ਹਫ਼ਤੇ ਬਾਅਦ ਫੇਰ 10 ਦਿਨ ਬਾਅਦ, ਬ੍ਰੇਨ ਮੈਸੇਜ ਨਹੀਂ ਲੈ ਲੈਂਦਾ ਵੀ ਮੈਨੂੰ ਏਦਾਂ ਹੀ ਕਰਨੀ ਪੈਣੀ ਆ ਹੁਣ। ਜਾਂ ਤਾਂ ਉਹ ਟਰਾਮਾ ਚੇਂਜ ਕਰ ਦਿੰਦਾ ਬੰਦੇ ਦਾ ਦਿਮਾਗ। ਮੈਨੂੰ ਜਿਹੜਾ ਆ ਬੰਦੇ ਦਾ ਹਾਲ ਹੋਇਆ, ਜੇ ਮੈਂ ਇਹ ਫੈਸਲਾ ਨਾ ਲਿਆ ਤਾਂ ਮੇਰੇ ਵੀ ਏਦਾਂ ਹੀ ਕੁੱਟ ਪੈ ਜਾਣੀ ਆ। ਹਾਂਜੀ ਹਾਂਜੀ ਤਾਂ ਉਹ ਤੋਂ ਬਾਅਦ ਦਿਮਾਗ ਜਿਹੜਾ ਬੋਡੀ ਨੂੰ ਡਿਕਟੇਟ ਕਰੂਗਾ, ਕੀ ਕਰੂਗਾ, ਉਹ ਜਿਹੜੀ ਅਸਲੀ ਉਹਦੀ ਪ੍ਰੋਗਰਾਮਿੰਗ ਆ ਉਹ ਕਰੂਗਾ ਵੀ ਥਿਊਰੀ ਆ ਕਹਿੰਦੀ ਆ, ਸਮਾਜ ਆ ਕਹਿੰਦਾ, ਕਾਨੂੰਨ ਆ ਕਹਿੰਦਾ, ਉਹ ਡਿਕਟੇਟ ਕਰੂਗਾ ਜਾਂ ਜੋ ਉਸ ਵੇਲੇ ਦੇਖਿਆ ਪਰਖਿਆ ਆ।
ਉਹ ਤਾਂ ਜਿਹੜੇ ਬਾਅਦ ਚ ਉਹਨੇ ਮਤਲਬ ਕੰਟਰੋਲ ਕਰਤਾ, ਜਿਹੜੇ ਥਾਟਸ ਕੰਟਰੋਲ ਕਰਨੇ ਨੇ ਉਹ ਤਾਂ ਉਹਦੇ ਜਿਹੜੇ ਆਲੇ ਦੁਆਲੇ ਸਰਕਮਸਟੈਂਸ਼ੀਅਲ ਨੇ ਉਹਨਾਂ ਨੇ ਕਰਨਾ ਉਹਨੂੰ। ਅੱਛਾ, ਹੁਣ ਉਹ ਤੋਂ ਕੀ ਹੋਇਆ? ਬ੍ਰੇਨ ਦੀ ਪ੍ਰੋਗਰਾਮਿੰਗ ਉਹ ਹੋ ਗਈ, ਉਹਨੇ ਡਿਕਟੇਟ ਉਹ ਕੀਤਾ, ਫਿਰ ਸਰੀਰਾਂ ਦੀ ਹਰਕਤ ਵੀ ਉਹ ਹੋਊਗੀ। ਹੁਣ ਜਿੱਦਾਂ ਦੀ ਹਰਕਤ ਹੋਣੀ ਆ ਉਦਾਂ ਦੇ ਦੋਸਤ ਬਣਨੇ ਆ। ਹੁਣ ਇਹਨੂੰ 20 ਸਾਲਾਂ ਤੇ 25 ਸਾਲਾਂ ਤੇ ਗੁਣਾ ਕਰਕੇ ਦੇਖ ਲਓ, ਤੇ ਫਿਰ ਸਾਈਕੋਲੋਜੀ ਕੀ ਰਹਿ ਗਈ ਸਾਡੀ? ਹਾਂ, ਸਾਈਕੋਲੋਜੀ ਤਾਂ ਜੇ ਆਪਾਂ ਉਹਨੂੰ ਮਤਲਬ ਫ੍ਰੀ ਹੈਂਡ ਦੇਾਂਗੇ ਤਾਂ ਹੀ ਉਹ ਨੈਚੁਰਲ ਹੋਏਗੀ, ਅਦਰਵਾਈਜ਼ ਤਾਂ ਉਹ ਜਿਵੇਂ ਕਹਿੰਦੇ ਕਰਪਟਡ ਹੋਏਗੀ। ਬਸ ਉਹ ਫਿਰ ਹੁਣ ਉਹ ਚੀਜ਼ ਸਾਨੂੰ ਜਾਣੀ ਇੱਕ ਥਿਊਰੀ ਆ। ਗੱਲ ਇਹ ਆ, ਜਿਹੜਾ ਸੰਸਾਰ ਚੱਲਦਾ ਨਾ ਉਹ ਚੱਲਦਾ ਪ੍ਰੈਕਟੀਕਲ ਦੇ ਨਾਲ। ਹਾਂਜੀ, ਥਿਊਰੀ 'ਚ ਅਸੀਂ ਜੋ ਮਰਜ਼ੀ ਦੇਖੀ ਜਾਈਏ, ਗ੍ਰੰਥਾਂ 'ਚ ਕੀ ਲਿਖਿਆ, ਕਾਨੂੰਨ ਕੀ ਕਹਿੰਦੇ ਆ, ਹੁਣ ਜਦੋਂ ਮੈਨੂੰ ਕੋਈ ਬੰਦਾ ਫੋਨ ਕਰਦਾ, ਹਾਂਜੀ, ਤੁਸੀਂ ਜੇ ਤੁਹਾਨੂੰ ਕੋਈ ਬੰਦਾ ਫੋਨ ਕਰੂਗਾ, ਮੈਂ ਤੁਹਾਨੂੰ ਹੁਣ ਫੋਨ ਕੀਤਾ, ਮੈਂ ਹੈਗਾ ਸਰਵੇ ਵਾਲਾ, ਹਾਂਜੀ, ਮੈਂ ਤੁਹਾਨੂੰ ਪੁੱਛਿਆ ਜੀ ਤੁਹਾਡੀ ਉਮਰ ਕਿੰਨੀ ਆ, ਤੁਸੀਂ ਆਰਾਮ ਨਾਲ ਦੱਸ ਦਿੱਤੀ। ਫਿਰ ਮੈਂ ਪੁੱਛਿਆ ਵੀ ਕਿੰਨੇ ਸਾਲ ਤੋਂ ਤੁਸੀਂ ਇਸ ਘਰ 'ਚ ਰਹਿੰਦੇ ਆ, ਹਾਂਜੀ, ਉਹ ਵੀ ਤੁਸੀਂ ਦੱਸ। ਫਿਰ ਮੈਂ ਪੁੱਛਿਆ ਘਰ ਤੁਹਾਡਾ ਮੁੱਲ ਖਰੀਦਿਆ ਜਾਂ ਕਿਰਾਏ ਤੇ ਆ, ਹਾਂਜੀ, ਉਹ ਵੀ ਤੁਸੀਂ ਦੱਸ। ਫਿਰ ਮੈਂ ਪੁੱਛਿਆ ਵਿਆਹੇ ਹੋ ਜਾਂ ਇਕੱਲੇ ਆ ਤੁਸੀਂ ਕਿਹਾ ਵਿਆਹੇ ਹੋ ਆ। ਕੀ ਤੁਸੀਂ ਆਪਣੇ ਵਿਆਹ ਤੋਂ ਸੈਟੀਸਫਾਈ ਆ? ਉੱਥੋਂ ਗੋਲਮੋਲ ਹੋਣਾ ਸ਼ੁਰੂ ਹੋ ਗਿਆ। ਸਰਵੇ ਟੁਕਮ ਰਹੂਗਾ ਉੱਥੇ। ਹੁਣ ਮਤਲਬ ਕਲੀਨਿਕਲ ਟ੍ਰਾਇਲ ਵੀ ਏਦਾਂ ਹੀ ਹੁੰਦੇ ਨੇ, ਜਿਹੜੇ ਹੁਣ ਸਪੋਜ਼ ਕਰੋ ਇੰਡੀਆ 'ਚ ਇੱਕ ਬੰਦਾ 3 ਦਵਾਈਆਂ ਖਾਈ ਜਾਂਦਾ। ਨਹੀਂ, ਹੁਣ ਪੰਗਾ ਤਾਂ ਉੱਥੇ ਪੈਣਾ ਨਾ ਸਰਵੇ ਦਾ। ਜਦੋਂ ਗੱਲ ਇਹ ਹੋਣੀ ਆ ਵੀ ਭਾਈ ਤੁਸੀਂ ਸੈਟੀਸਫਾਈ ਆ, ਤੁਸੀਂ ਕਹਿਣਾ ਬਿਲਕੁਲ ਜੀ, ਹੈਨਾ। ਤੇ ਕੋਈ ਅੱਛਾ ਫਿਰ ਤੇ ਕੁਛ ਐਸਾ ਹੈ ਜਿਹੜਾ ਤੁਸੀਂ ਪਾਰਟਨਰ ਦੇ ਵਿੱਚ ਬਦਲਣਾ ਚਾਹੁੰਦੇ ਆ? ਜਾਂ ਉਹ ਤਾਂ ਜਿਹੜੀ ਮਤਲਬ ਨਹੀਂ, ਮੈਂ ਇੱਕ ਸਵਾਲ ਹੋਰ ਪੁੱਛ ਲੈਂਦਾ। ਨਹੀਂ, ਮੈਂ ਇੱਕ ਸਵਾਲ ਹੋਰ ਪੁੱਛ ਲੈਂਦਾ। ਹਾਂਜੀ, ਸਾਡੇ ਨਾ ਸੌਰੀ, ਉਹ ਚਲੋ ਉਹ ਮੈਂ ਬਾਅਦ ਚ ਕਰਦਾ। ਅਸੀਂ ਨਾ, ਮੈਂ ਇੱਕ ਇੱਥੇ ਕੋਰਸ ਕਰਨ ਗਿਆ, ਹਾਂਜੀ, ਅਸੀਂ 10 ਕੁ ਜਣੇ ਤੋਂ ਸਾਈਕੋਲੋਜਿਸਟ ਕਹਿੰਦਾ ਭਈ ਖੜੇ ਹੋ ਜਾਓ। ਹਾਂਜੀ, ਸਾਰੇ ਜਣੇ ਖੜ ਗਏ, ਹਾਂਜੀ, ਤੇ ਪੇਰ ਬਣਾ ਲਓ ਕਹਿੰਦਾ, ਹਾਂਜੀ, ਟੇਬਲ ਤੇ ਪੇਰ ਬਣਾ ਲੈ। ਹੁਣ ਇੱਕ ਟੇਬਲ ਦੇ ਉੱਧਰ ਖੜ ਗਿਆ, ਕਿੱਧਰ ਖੜ ਗਿਆ, ਹਾਂਜੀ, ਕਹਿੰਦਾ ਇੱਕ ਦੂਜੇ ਵੱਲ ਨੂੰ ਦੇਖੋ। ਹਾਂਜੀ, ਦੇਖਿਆ, ਕਹਿੰਦਾ ਆਪੋ ਆਪਣੇ ਪੈਡ ਚੱਕ ਲਓ। ਹਾਂਜੀ, ਰਾਈਟਿੰਗ ਪੈਡ ਸੀਗੇ, ਉਹ ਚੱਕ ਲਏ ਤੇ ਪੈਨ ਲੈ ਲਿਆ। ਹਾਂਜੀ, ਕਹਿੰਦਾ ਭਈ ਤੁਸੀਂ ਹੁਣ ਟੇਬਲ ਏਦਾਂ ਵੱਖਰੇ ਵੱਖਰੇ, ਤੁਹਾਡਾ ਪੈਡ ਕਿਸੇ ਨੂੰ ਦਿਸਣਾ ਨਹੀਂ ਚਾਹੀਦਾ। ਤੁਸੀਂ ਨਾ ਆਪਣੇ ਨਾਲ ਦੇ ਤੋਂ ਲੁਕੋ ਕੇ ਉਹਦੀ ਫੋਟੋ ਬਣਾਓ, ਜਿੰਨੀ ਵਧੀਆ ਤੋਂ ਵਧੀਆ ਬਣਾ ਸਕਦੇ ਆ ਬਣਾਓ, ਦਿਖਾਲਣੀ ਨਹੀਂ ਉਹਨੂੰ, ਸਿਰਫ ਤੁਹਾਡੇ ਲਈ ਆ। ਹੁਣ ਤੁਸੀਂ ਸੋਚੋ ਕਿੱਦਾਂ ਦੀ ਬਣਾਊਗਾ ਅਗਲਾ ਜਦੋਂ ਦਿਖਾਲਣੀ ਨਹੀਂ। ਅੱਛਾ ਜੀ, ਸਾਰਿਆਂ ਨੇ ਫਨੀ ਬਣਾਤੀਆਂ। ਮੁੜ ਕੇ ਕਹਿੰਦਾ ਹੁਣ ਇਹਨੂੰ ਘੁਮਾਓ। ਹੁਣ ਜਦੋਂ ਉਹ ਤੇ ਏਦਾਂ ਲੁਕੋ ਕੇ ਬਣਾਉਂਦੇ ਰਹੇ, ਮੁੜ ਕੇ ਕਹਿੰਦਾ ਘੁਮਾਓ। ਜਦੋਂ ਘੁਮਾਈ ਏਦਾਂ, ਹੁਣ ਨਾਲ ਦੇ ਨੇ ਪੁੱਛਿਆ ਪਿਆ ਕਿਹਦੀ ਬਣਾਈ ਫੋਟੋ, ਉਹ ਹੁਣ ਦੱਸਣਾ ਪਿਆ ਵੀ ਤੇਰੀ, ਹੈਨਾ। ਤੇ ਆਹ ਕਿ ਨੱਕ ਏਦਾਂ ਦਾ ਮੇਰਾ, ਆ ਏਦਾਂ ਦਾ, ਚਲੋ। ਮੁੜ ਕੇ ਕਹਿੰਦਾ ਏਦਾਂ ਕਰੋ, ਥੱਲੇ ਰੱਖੋ। ਹੁਣ ਕਹਿੰਦਾ ਸੌਰੀ ਕਹੋ ਇੱਕ ਦੂਜੇ। ਮਤਲਬ ਉਹ ਕਿੱਦਾਂ ਧੁਰੋਂ ਨਿਕਲੀ। ਪਰ ਮੈਂ ਤੁਹਾਨੂੰ ਪੁੱਛਣ ਲੱਗਾ ਸੀ ਕਿ ਜੇ ਤੁਹਾਨੂੰ ਅਗਲਾ ਕਹੇ ਕਿ ਆਪਣੇ ਪਾਰਟਨਰ ਵਿੱਚ ਕੁਝ ਹੈਗਾ ਜਿਹੜਾ ਤੁਸੀਂ ਬਦਲਣਾ ਚਾਹੁੰਦੇ ਆ, ਜੇ ਤੁਹਾਨੂੰ ਮੌਕਾ ਮਿਲੇ, ਤੁਹਾਨੂੰ ਸੈਕੰਡ ਚਾਂਸ ਮਿਲੇ, ਤੇ ਕੀ ਆ ਜਿਹੜਾ ਤੁਸੀਂ ਬਦਲਣਾ ਚਾਹੁੰਦੇ ਆ? ਹੁਣ ਇੱਕ ਵਾਰੀ ਅਗਲਾ ਕਹਿ ਦੇਵੇ ਤੇ ਦੱਸਿਆ ਨਹੀਂ ਜਾਊਗਾ ਕਿਸੇ ਨੂੰ। ਤੇ ਹੁਣ ਜਾਣੀ ਕਿੰਨਿਆਂ ਨੇ ਕਹਿਣਾ ਕਿ ਹਾਈਟ 2 ਇੰਚ ਹੋਰ ਹੋਵੇ, ਰੰਗ ਏਦਾਂ ਦਾ ਹੋਵੇ, ਭਾਰ ਇੰਨਾ ਹੋਵੇ, ਗੱਲ ਏਦਾਂ ਕਰੇ, ਕੱਪੜੇ ਖਾਣਾ ਏਦਾਂ ਬਣਾਵੇ। ਮਤਲਬ ਕਿੰਨਾ, ਜਦੋਂ ਗਿਣ ਲੱਗਣਾ, ਜਦੋਂ ਅਗਲੇ ਨੂੰ ਪੁੱਛਣਾ ਪਿਆ ਬਾਕੀ ਠੀਕ ਆ, ਅਜੇ ਮੈਂ ਬੋਡੀ ਦੇ ਜਿਹੜੇ ਬਾਕੀ ਪਾਰਟ ਆ ਉੱਥੇ ਨਹੀਂ ਪਹੁੰਚਾ ਬੰਦਾ। ਹੁਣ ਤੇ ਜੇ ਉਹ ਸਾਰਾ ਕੁਝ ਸੁਣ ਕੇ ਅਗਲਾ ਕਹਿ ਦੇਵੇ ਵੀ ਅਸੀਂ ਇਹ ਗੱਲ ਤੇਰੇ ਪਾਰਟਨਰ ਤੋਂ ਬਿਨਾਂ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ, ਮੁੜ ਕੇ ਸਰਵੇ ਕਰਾ ਲਓ ਕੋਈ।
ਉਹ ਜਿਹੜੇ ਥਿਊਰੀ ਗੱਲ ਹੋ ਰਿਹਾ, ਜਿਹੜਾ ਸਮਾਜ ਚੱਲਦਾ, ਸੰਸਾਰ ਚੱਲਦਾ, ਉਹ ਚੱਲਦਾ ਪ੍ਰੈਕਟੀਕਲ ਨਾਲ। ਯੈਸ, ਪ੍ਰੈਕਟੀਕਲ ਜਿਹੜਾ ਹੈ ਉਹ ਕੁਝ ਹੋਰ ਕਹਿੰਦਾ ਹੈ। ਹਾਂਜੀ, ਅਜੇ ਤਾਈਂ ਸਾਡੇ ਅੰਦਰ ਇੰਨਾ, ਕਿਉਂਕਿ ਸਾਨੂੰ ਟੱਬਰਾਂ ਨੂੰ ਜੋੜ ਕੇ ਰੱਖਣ ਦਾ ਦਬਾਅ ਆ। ਹਾਂਜੀ, ਸਾਡੇ ਅੰਦਰ ਜੋੜੀਆਂ ਰੱਬ ਕੋਲੋਂ ਬਣ ਕੇ ਆਈਆਂ ਆ। ਜਾਂ ਜੋੜੀਆਂ ਕਹਿ ਲਓ, ਜਾਂ ਗੱਲ ਨਰੜ ਕਹਿੰਦੇ ਸੀਗੇ। ਉਹ ਜਾਨੀ ਥਿਊਰੀ ਜਿਹੜੀ ਆ, ਉਹ ਸਾਰੇ ਕੁਛ ਨੇ ਇੰਨਾ ਕੁ ਦਬਾਅ ਆ ਪਾਇਆ ਆ। ਉਹਦਾ ਜਿਹੜਾ ਦੁੱਖ ਆ, ਸਭ ਤੋਂ ਵੱਧ ਔਰਤ ਚੱਲ ਰਹੀ ਆ ਸਾਡੀ। ਯੈਸ, ਯਾ ਦੈਟ ਆਈ ਐਗਰੀ। ਅਸੀਂ ਕਹਿ ਕੇ ਵੀ ਬੱਚੀ ਨੂੰ ਅਸੀਂ ਕਹਿ ਦਿੰਨੇ ਆ ਵੀ ਤੂੰ ਤਾਂ ਪੁੱਤਾਂ ਵਰਗੀ ਆ ਸਾਡੇ, ਉਸ ਵੇਲੇ ਵੀ ਉਹਨੂੰ ਲੱਗਦਾ ਹਾਏ ਹਾਏ ਰੱਬਾ, ਤੁਸੀਂ ਮੇਰੀ ਸਿਫਤ। ਉਹ ਵੀ ਇੱਕ ਡਿਸਕ੍ਰਿਮੀਨੇਟਰੀ। ਬਸ ਫਿਰ ਸਿਫਤ ਕਰਦੇ, ਮੇਰੀ ਸਿਫਤ ਕਰਦੇ। ਮੈਂ ਪੁੱਤਾਂ ਵਰਗੀ ਕਿਉਂ? ਮੈਂ ਧੀ ਵਰਗੀ ਆ, ਮੈਂ ਤਾਂ ਧੀ ਆ ਤੁਹਾਡੀ। ਯਾ ਡਿਸਕ੍ਰਿਮੀਨੇਟਰੀ ਸਟੇਟਮੈਂਟ ਹੈ ਹਨਾ। ਹੁਣ ਉਹਨੂੰ ਜਾਂਦੀ ਨੂੰ, ਉਹਨੂੰ ਪੜ੍ਹਾਈ ਦੀ ਖੁੱਲ ਦੇ ਕੇ ਵੀ ਅੰਦਰੋਂ ਡਰ ਸਾਨੂੰ ਇਹ ਲੱਗੀ ਜਾਂਦਾ ਪਿਆ ਹੈ। ਕਿੰਨੇ ਕੁ ਮਾਪੇ ਆ ਜਿਹੜੇ ਬੱਚਿਆਂ ਨੂੰ ਪੜ੍ਹਾਈ ਦੀ ਖੁੱਲ ਦੇ ਕੇ ਇਸ ਗੱਲੋਂ ਬੇਪਰਵਾਹ ਆ, ਵੀ ਵਿਆਹ ਕਰਾਵੇ ਚਾਹੇ ਨਾ ਕਰਾਵੇ, ਸਾਨੂੰ ਫਿਕਰ ਨਹੀਂ ਇਸ ਗੱਲ ਦਾ। ਹੁਣ ਉਹਨੂੰ ਖੁੱਲ ਤਾਂ ਦੇ ਰਹੇ ਆ, ਪਰ ਉਹਨੂੰ ਇਦਾਂ ਜਿੱਦਾਂ ਨਾ ਕੈਦੀ ਹੁੰਦਾ। ਹਾਂਜੀ, ਵੀ ਆਲੇ ਦੁਆਲੇ ਇੱਕ ਫੈਂਸ ਲਾ ਕੇ ਉੱਚੀ ਜਿਹੀ, ਉਹ ਚ ਕਰੰਟ ਛੱਡ ਕੇ ਬੰਦਾ ਕਹਿੰਦਾ ਲੈ ਹੁਣ ਤੂੰ ਜੋ ਮਰਜ਼ੀ ਕਰ ਲਾ। ਯਾ ਕੰਟਰੋਲਡ ਫਰਮ ਡਿਸਟੈਂਸ ਕਹਿ ਸਕਦੇ ਹਾਂ। ਬਸ ਉਹ ਚੀਜ਼ ਦਾ ਉਹਦਾ ਅਸਰ ਪੈਂਦਾ ਫਿਰ। ਹਾਂਜੀ, ਯਾ ਦੈਟ ਆਈ ਐਗਰੀ। ਉਹਦਾ ਉਹ ਚੀਜ਼ਾਂ ਕਰਦੀਆਂ ਦਬਾਅ ਪਾ ਕੇ ਤੁਹਾਡੇ ਦਿਮਾਗ ਦੇ ਉੱਤੇ ਕਰਕੇ, ਉਹ ਜਿਹੜੀ ਪ੍ਰੋਗਰਾਮਿੰਗ ਹੈ ਉਹਦੀ ਉਦਾਂ ਦੀ ਹੋ ਜਾਂਦੀ, ਉਦਾਂ ਦਾ ਸਰੀਰ ਚੱਲਣ ਲੱਗ ਪੈਂਦਾ। ਹਾਂਜੀ, ਹੁਣ ਉਹਨਾਂ ਚੀਜ਼ਾਂ ਦੀ ਜਿਹੜੀ ਸਟ੍ਰੈਸ ਆ, ਉਹ ਤਾਂ ਰਹਿੰਦੀ ਆ ਨਾ ਉਹਨੂੰ ਕਿਤੇ ਨਾ ਕਿਤੇ। ਯੈਸ, ਤੇ ਕਾਸ਼ ਕਿਤੇ ਮੈਂ ਰਹਿੰਦੀ ਆ, ਦੈਟ ਆਈ ਐਗਰੀ। ਕਾਸ਼ ਮੈਂ ਆਪਣੇ ਲਈ ਜੀ ਸਕਦੀ। ਹੁਣ ਇੱਕ ਟਾਈਮ ਤੇ ਜਾ ਕੇ ਹੋ ਸਕਦਾ ਉਹਨੂੰ ਵੀ ਆਪਣੀ ਅਹਿਮੀਅਤ ਬਣਾਈ ਰੱਖਣ ਲਈ, ਉਹਨੂੰ ਵੀ ਇੱਕ ਇਹ ਘਾਸਾ ਪੈ ਗਿਆ, ਇੱਕ ਬਿਮਾਰੀ ਲੱਗ ਗਈ ਸਮਝ ਲਓ। ਉਹਨੂੰ ਵੀ ਅਹਿਸਾਸ ਹੋ ਗਿਆ ਵੀ ਮੇਰੀ ਹੋਂਦ ਹੈਗੀ ਇਸ ਕਰਕੇ ਆ ਜੇ ਇਹ ਚੀਜ਼ ਨੂੰ ਮੈਂ ਸੰਭਾਲ ਕੇ ਰੱਖਿਆ। ਯਾ ਉਹਨੂੰ ਸਟਾਕਹੋਮ ਸਿੰਡਰੋਮ ਵੀ ਹੈਗਾ, ਵਿਕਟਮ ਨੂੰ ਮਤਲਬ ਜੇ ਉਹ ਅਬਿਊਜ਼ ਕਰਦੇ, ਉਹ ਉਸੇ ਬੰਦੇ ਤੇ ਡਿਪੈਂਡੈਂਟ ਹੋ ਜਾਂਦਾ। ਤੇ ਦੂਜੀ ਗੱਲ, ਤੁਸੀਂ ਇਮਾਨਦਾਰੀ ਨਾਲ ਦੱਸ ਦਿਓ, ਅਮਰੀਕਾ ਕੈਨੇਡਾ ਚ ਜਿਹੜੇ 80 ਸਾਲ ਤੋਂ ਵੀ ਰਹਿ ਰਹੇ ਆ, ਉਹਨਾਂ ਨੂੰ ਦੇਖ ਕੇ, ਇੱਥੇ ਦੀਆਂ ਜੰਮੀਆਂ ਬੱਚੀਆਂ ਨੂੰ ਦੇਖ ਕੇ ਮੈਨੂੰ ਦੱਸ ਦਿਓ ਤੇ ਜਿਹੜੀ ਸਿੱਖਾਂ ਦੀ ਔਰਤ ਆ, ਸਿੱਖਾਂ ਦੀ ਲੜਕੀ ਆ, ਹਾਂਜੀ, ਜੇ ਮੰਨ ਲਈਏ ਆਪਾਂ ਵੀ ਉਹਨੂੰ ਪੂਰੀ ਖੋਲਿਆ, ਜੋ ਮਰਜ਼ੀ ਕਰ ਲਵੇ ਉਹ। ਹਾਂਜੀ, ਹੁਣ ਇੱਕ ਔਰਤ ਆ, ਵਿਆਹ ਹੋਈ ਨੂੰ ਹੋ ਗਿਆ 10 ਸਾਲ, 5 ਸਾਲ, 8 ਸਾਲ, 20 ਸਾਲ, ਹਾਂਜੀ, 2 ਬੱਚੇ ਆ, ਹਾਂਜੀ, ਉਹਨੂੰ ਸਮਾਜ ਨੇ ਖੁੱਲ੍ਹ ਦਿੱਤੀ। ਹਾਂਜੀ, ਉਹ ਸੋਚਦੀ ਆ ਵੀ ਮੈਂ ਟੱਬਰ ਛੱਡ ਕੇ ਮੈਂ ਵੱਖਰੀ ਕੱਲੀ ਰਹਿਣਾ, ਮੈਂ ਦੁਬਾਰਾ ਤੋਂ ਵਿਆਹ ਕਰਾਉਣਾ। ਹਾਂਜੀ, ਸਾਡੇ ਸਮਾਜ ਕਿੰਨੀ ਕੁ ਜਗ੍ਹਾ ਹੈ ਉਹਦੇ ਲਈ? ਜਾਂ ਉਹ ਹੈ ਨਹੀਂ। ਮਤਲਬ ਫਿਰ ਆਪਸ਼ਨ ਕੀ ਆ ਉਹਦੇ ਕੋਲ? ਉਹ ਜਿਹੜੇ ਬੱਚੇ ਪਾਲਣੇ ਆ, ਜਿਹੜੀ ਸੱਸ ਸਹੁਰੇ ਦੀ ਲੁੱਕ ਆਫਟਰ ਕਰਨੀ ਆ। ਹੁਣ ਬੰਦਾ ਤਾਂ ਕਦੇ ਵੀ ਕਹਿ ਦੇਊਗਾ ਤੂੰ ਮੇਰੇ ਮਾਂ ਪਿਓ ਦਾ ਖਿਆਲ ਨਹੀਂ ਰੱਖਦੀ, ਮੈਂ ਹੋਰ ਵਿਆਹ ਕਰਾ ਲੈਣਾ। ਹਾਂਜੀ, ਹਾਂਜੀ, ਮਤਲਬ ਵਿਆਹੇ ਨਿਆਣੇ ਛੱਡ ਕੇ ਵੀ ਬੰਦਾ ਕਹਿੰਦਾ ਵੀ ਮੈਂ ਚੱਲਾਂ। ਯੈਸ। ਹੁਣ ਤੀਵੀਂ ਨੂੰ ਜੇ ਬਹੁਤ ਆਜ਼ਾਦੀ ਵੀ ਦਿੰਨੇ ਆ, ਫਿਰ ਵੀ ਅੱਛਾ ਆਪ ਤਾਂ ਉਹ ਆਪ ਹਿੰਮਤ ਕਰ ਲਊਗੀ ਬੱਚਿਆਂ ਨੂੰ ਕਰਕੇ, ਕਹਿੰਦੀ ਵੀ ਠੀਕ ਹੈ ਤੁਸੀਂ ਆਪਣੇ ਰਹੋ, ਬਾਪ ਦੇ ਨਾਲ ਮੈਂ ਚੱਲੀ ਆ, ਮੈਂ ਆਪਣੀ ਜ਼ਿੰਦਗੀ ਜੀਣੀ ਆ। ਅੱਛਾ ਫਿਰ ਗਾਹਾਂ ਜਾ ਕੇ ਨੌਕਰੀ ਕਰ ਲਊਗੀ, ਕਿਰਾਏ ਤੇ ਮਕਾਨ ਲੈ ਲਊਗੀ, ਉਹ ਤੋਂ ਬਾਅਦ ਅੱਗੇ ਲਈ ਪ੍ਰੋਬਲਮਸ ਨੇ। ਇਸ ਕਰਕੇ ਉਹ ਚੀਜ਼ ਦੀ ਜਿਹੜੇ ਸਮਾਜ ਦੇ ਢਾਂਚੇ ਕਰਕੇ, ਮੈਂ ਕਹਿੰਦਾ ਉਹ ਸਾਡੇ ਬੱਸ 'ਚ ਨਹੀਂ ਹੈਗਾ। ਸਮਾਜ ਦਾ ਢਾਂਚਾ ਬਦਲਣਾ ਇਦਾਂ ਨਹੀਂ ਬਦਲਿਆ ਜਾਣਾ, ਉਹ ਤਾਂ ਪੀੜ੍ਹੀਆਂ ਲੱਗਣੀਆਂ, ਠੀਕ ਹੈ ਨਾ। ਹੁਣ ਉਹ ਤਾਂ ਫਿਰ ਦੂਜੀ ਗੱਲ ਜਿਹੜੀ ਕੁਦਰਤੀ ਉਹਦੇ, ਹੁਣ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਆ, ਹਾਂਜੀ, ਜਿਹੜਾ ਉਹਦੇ ਪੀਰੀਅਡ ਦੇ ਟਾਈਮ ਉਹਦਾ ਮੂਡ ਸਵਿੰਗ ਹੁੰਦਾ, ਉਹਨੂੰ ਸਟ੍ਰੈਸ ਹੁੰਦੀ ਆ, ਪ੍ਰੈਗਨੈਂਟ ਹੋ ਕੇ ਹੁੰਦੀ ਆ। ਉਹ ਤੋਂ ਬਾਅਦ ਬੱਚਾ ਜੰਮਣ ਤੋਂ ਬਾਅਦ ਕੁਦਰਤੀ ਤੌਰ ਤੇ ਜਿਹੜਾ ਉਹਦੇ ਉਤੋਂ ਹੁਣ ਝੱਲਿਆ ਨਹੀਂ ਜਾਂਦਾ, ਅਜੇ ਨਾਜ਼ੁਕ ਹੁੰਦੀ ਆਪ ਉਹ, ਜਾਂ ਪੋਸਟਮਾਰਟਮ ਜਿਹੜੀਆਂ ਪ੍ਰੋਬਲਮਸ ਨੇ ਉਹ ਤਾਂ ਸਾਡੇ ਕਾਬੂ 'ਚ ਨਹੀਂ ਹੈਗੀਆਂ। ਪਰ ਜਿਹੜੀਆਂ ਹੈਗੀਆਂ ਆ, ਮਤਲਬ ਸੌਰੀ,
ਇਹ ਹੋਣ ਦੇ ਬਾਵਜੂਦ ਵੀ ਅਸੀਂ ਸਾਡੇ ਸਮਾਜ ਨੇ ਉਸ ਕੇਂਦਰ ਕਿੰਨੇ ਖੋਲੇ ਜਿਹੜੇ ਇਹਦਾ ਹੱਲ ਕਰਨ, ਇਹਦੇ ਲਈ ਉਹਨੂੰ ਰਾਹਤ ਦਿਵਾਉਣ? ਉਹਦੇ ਲਈ ਤਾਂ ਬਾਬੇ ਹੀ ਨੇ ਜੀ, ਸਾਈਕੋਲੋਜੀ ਲਈ ਤਾਂ ਸਾਰੇ ਸਾਊਥ ਈਸਟ ਏਸ਼ੀਆ 'ਚ ਬਾਬੇ ਨੇ। ਹੁਣ ਕਿੰਨੀਆਂ ਕਥਾਵਾਂ ਆ ਜਿੱਥੇ ਜਾ ਕੇ ਉਹਨੂੰ ਇਹ ਸਮਝਾਇਆ, ਉਹਨੂੰ ਪਤਾ ਵੀ ਮੈਨੂੰ ਇੱਥੇ ਜਾ ਕੇ ਪਤਾ ਲੱਗ ਜਾਣਾ ਵੀ ਅਸਲੀਅਤ ਕੀ ਆ, ਵੀ ਜਿੱਥੇ ਉਹਨੂੰ ਸਮਝਾਇਆ ਜਾਵੇ ਵੀ ਇਹ ਕੁਦਰਤੀ ਹੈ, ਸਾਰਿਆਂ ਨਾਲ ਹੀ ਵਾਪਰਦਾ। ਹੁਣ ਕਿਉਂਕਿ ਉਹਨੂੰ ਲੱਗਦਾ ਵੀ ਖਰਿਆ ਮੈਨੂੰ ਛੋਟੀ ਹੁੰਦੀ ਨੂੰ ਵੀ ਕਹੀ ਜਾਂਦੇ ਸੀ, ਮੁੰਡਾ ਸਾਹਮਣੇ ਮੇਰੇ ਚਾਹ ਡੋਲੇ, ਮੈਨੂੰ ਕਹਿੰਦੇ ਸੀ ਜਾ ਸਪੰਜ ਲੈ ਕੇ ਆ ਸਾਫ਼ ਕਰੀਏ। ਹੁਣ ਜੇ ਮੈਂ ਦੱਸਿਆ ਮੈਨੂੰ ਖਰਿਆ ਉਹਨੇ ਫੇਕਣਾ ਵੀ ਤੇਰੀ ਗਲਤੀ ਆ ਇਹ। ਹੁਣ ਜਦੋਂ ਕਿਸੇ ਨੂੰ ਦੱਸ ਨਹੀਂ ਸਕਦੀ, ਅੰਦਰ ਉਹਨੂੰ ਫੀਲ ਹੋ ਰਿਹਾ ਆ, ਤੇ ਉਹ ਡਿਪਰੈਸ਼ਨ 'ਚ ਨਹੀਂ ਜਾਊਗੀ ਉਸ ਵੇਲੇ? ਉਹ ਗਿਲਟ ਕੰਟੀਨਿਊਸ ਉਹਨੇ ਮੇਨਟੇਨ ਕਰਨੀ ਹੈ ਨਾ। ਹੁਣ ਜੇ ਉਹ ਜਦੋਂ ਏਦਾਂ, ਹੁਣ ਇੱਕ ਕੁੜੀ ਜੰਮ ਗਈ, ਹਾਂਜੀ, ਦੂਜੀ ਵਾਰ ਪ੍ਰੈਗਨੈਂਟ ਹੋਈ, ਫਿਰ ਦਾ ਸਾਰੇ ਪਿਲਾ ਹੁਣ ਤਾਂ ਵੀਰਾ ਚਾਹੀਦਾ ਹੈ, ਤੇ ਹੁਣ ਤਾਂ ਉਹ ਵੀ ਕਹਿੰਦੀ ਵੀ ਵੀਰਾ, ਉਹ ਤਾਂ ਮੁੰਡੇ ਦੀਆਂ ਫੋਟੋ ਚੱਕੀ ਫਿਰਦੀ ਸੀ ਕੁੜੀ, ਉਹਦਾ ਦਬਾਅ ਨਹੀਂ। ਮੁੜ ਕੇ ਸਾਰੀ ਉਮਰ ਦੇ ਵਿੱਚ ਜਿੱਦਣ ਵੀ ਗਲਤੀ ਕਰ ਦਿੰਦੇ ਆ ਬੱਚੇ, ਸਾਡੇ ਸਮਾਜ ਸਭ ਤੋਂ ਪਹਿਲਾਂ ਦੋਸ਼ ਕਿਹਨੂੰ ਦਿੱਤਾ ਜਾਂਦਾ? ਕੁੜੀ ਜੰਮਦੀ ਨੂੰ ਪੱਥਰ ਕਿਹਾ ਜਾਂਦਾ ਜੀ। ਨਹੀਂ, ਮਤਲਬ ਉਦਾਂ ਵੀ ਜਦੋਂ ਬੱਚੇ ਵੱਡੇ ਵੀ ਹੁੰਦੇ, ਦੋਸ਼ ਪਹਿਲਾਂ ਮਾਂ ਨੂੰ ਦਿੱਤਾ ਜਾਂਦਾ ਵੀ ਤੈਂ ਪਾਲਿਆ। ਹੁਣ ਸਕੂਲ ਜਾਣ ਦੀ ਗੱਲ ਹੋਵੇ, ਲੈਂਗੁਏਜ ਦੀ ਕੋਈ ਵੀ ਗੱਲ ਹੋਵੇ, ਉੱਥੇ ਹਰੇਕ ਵੇਲੇ ਤੂੰ ਹੀ ਸੀ ਦੇਖਦੀ ਉਹਨੂੰ। ਹਾਂਜੀ, ਹੁਣ ਉਹ ਸਾਰੇ ਕੁਛ ਤੇ ਐਡੀ ਸਟ੍ਰੈਸ ਆ ਜਿਹੜੀ, ਹਾਂਜੀ, ਉਹਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ। ਤਾਂ ਮੈਂ ਕਹਿੰਦਾ ਜਿਹੜੀ ਗੱਲ ਚੱਲੀ ਸੀ, ਅਸੀਂ ਇਹ ਨਹੀਂ ਕਹਿ ਸਕਦੇ ਬਰਾਬਰੀ ਆ ਸਾਡੇ ਸਮਾਜ ਵਿੱਚ। ਜਿਹਨੂੰ ਅਸੀਂ ਸਟਰੋਂਗ ਕਹਿੰਦੇ ਆ ਨਾ, ਉਹ ਸਟਰੋਂਗ ਨਹੀਂ ਹੈ ਵਿਚਾਰੀ। ਮੈਨੂੰ ਲੱਗਦਾ ਉਹਦੇ ਤੇ ਦਬਾਅ ਇੰਨਾ ਆ।